ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਕਰਨੀਆਂ ਨੇ, ਕਿਉਂਕਿ ਸਿੱਖ ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਵੋਤਮ ਸਵੀਕਾਰ ਕੀਤਾ ਗਿਆ ਹੈ। ਇਹਨੂੰ ਰੋਜ਼ਾਨਾ ਆਪਾਂ ਗੁਰੂ ਕਰਕੇ ਜਾਣਦੇ ਹਾਂ। ਕਈ ਪ੍ਰਚਾਰਕ ਧੁਰਕੀ ਬਾਣੀ, ਰੱਬੀ ਬਾਣੀ, ਗਿਆਨ ਦਾ ਸੋਮਾ, ਸਾਡੀ ਜ਼ਿੰਦਗੀ ਦਾ ਰਹਿਬਰ ਬਹੁਤ ਕੁਝ ਕਹਿੰਦੇ ਆ ਤੇ 35 ਮਹਾਂਪੁਰਖਾਂ ਦੀ ਜ਼ਿੰਦਗੀ ਦਾ ਨਿਚੋੜ ਹੈ। ਇਹ ਵੀ ਸਤਿਕਾਰ ਅਸੀਂ ਇਹਨੂੰ ਦਿੰਦੇ ਆ। ਗੁਰੂ ਪਿਆਰ ਵਾਲਿਓ, ਮੈਂ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਦੁਬਾਰਾ ਇਹ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਅਤੇ ਤੁਹਾਡੇ ਤੋਂ ਪਹਿਲਾਂ ਦੇ ਜਥੇਦਾਰਾਂ ਨੇ ਜੋ ਕੁਝ ਕੀਤਾ ਹੈ, ਉਹ ਇੱਕ ਘਟਨਾ ਮੈਂ ਤੁਹਾਡੇ ਸਾਹਮਣੇ ਹੋਰ ਪੇਸ਼ ਕਰਨ ਲੱਗਿਆ। 11, 12, 13 ਨਵੰਬਰ 2006 ਨੂੰ ਦਿਆਲਪੁਰਾ ਭਾਈਕਾ ਵਿਖੇ ਫਤਿਹ ਦਿਵਸ ਮਨਾਇਆ ਗਿਆ। ਅਕਾਲੀ ਦਲ ਦੇ ਆਖੇ ਤੋਂ ਇਹ ਸਾਰਾ ਡਰਾਮਾ ਕੀਤਾ ਗਿਆ, ਕਿਉਂਕਿ 2007 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ। ਅਕਾਲੀ ਦਲ ਕੋਲੇ ਹੋਰ ਕੋਈ ਮੁੱਦਾ ਹੈ ਨਹੀਂ ਸੀ। ਉਹਨੇ ਧਾਰਮਿਕ ਮੁੱਦਾ ਉਭਾਰਿਆ, ਧਰਮ ਦਾ ਨਾਮ ਲੈ ਕੇ ਉਹ ਮੁੱਦਾ ਉਭਾਰਿਆ ਜਿਹੜਾ ਪੰਥ ਨੂੰ ਗਰਕ ਕਰਨ ਵਾਲਾ ਸੀ। ਉਹ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਿਆਲਪੁਰਾ ਭਾਈਕਾ ਵਿਖੇ 10ਵਾਂ ਗ੍ਰੰਥ ਰੱਖ ਕੇ ਉਹਦਾ ਅਖੰਡ ਪਾਠ ਕੀਤਾ ਗਿਆ। ਉਸੇ ਤਰ੍ਹਾਂ ਅਖੰਡ ਪਾਠ ਦੀ ਸਮਾਪਤੀ ਤੋਂ ਪਹਿਲਾਂ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਮੁਖੀ ਆਏ, ਨਿਹੰਗ ਸਿੰਘ ਆਏ ਤੇ ਹਰੀਆਂ ਬੇਲਾਂ ਵਾਲੇ ਆਏ, ਨੀਲੀਆਂ ਪੀਲੀਆਂ ਵਰਦੀਆਂ ਕੱਪੜਿਆਂ ਵਾਲੇ ਆਏ, ਸਾਧ ਸੰਤ ਆਏ, ਡੇਰੇਦਾਰ ਆਏ, ਸਾਰੇ ਦੇ ਸਾਰੇ ਉੱਥੇ ਬਾਦਲ ਦੇ ਆਕੇ, ਜਥੇਦਾਰਾਂ ਦੇ ਆਕੇ ਬਹੁਤ ਸਾਰਾ ਇਕੱਠ ਉੱਥੇ ਕੀਤਾ ਗਿਆ। ਉਹਦੀਆਂ ਸਾਰੀਆਂ ਵੀਡੀਓ ਮੈਂ ਤੁਰੰਤ ਉੱਥੋਂ ਦੇ ਫੋਟੋਗ੍ਰਾਫਰਾਂ ਨੂੰ ਕਹਿ ਕੇ ਆਪਣੇ ਕੋਲੇ ਰੱਖ ਲਈਆਂ ਸੀ, ਪ੍ਰਾਪਤ ਕਰ ਲਈਆਂ ਸੀ। ਮੇਰੇ ਕੋਲੇ ਅੱਜ ਤੱਕ ਉਹ ਸਾਰਾ ਮੈਟਰ ਮੌਜੂਦ ਪਿਆ। ਜੇ ਕਿਸੇ ਨੂੰ ਸ਼ੱਕ ਹੋਵੇ ਮੈਂ ਉਹਦੀਆਂ ਕਾਪੀਆਂ ਕਰਕੇ ਅੱਗੇ ਦੇ ਸਕਦਾ। ਉਹ ਸਮੇਂ ਤੇ ਦਮਦਮੀ ਟਕਸਾਲ ਦਾ ਅਖੌਤੀ ਮੁਖੀ, ਜਿਹੜਾ ਕਿ ਆਪਣੇ ਆਪ ਨੂੰ ਸਭ ਤੋਂ ਵੱਡਾ ਧਰਮੀ ਕਹਿੰਦਾ, ਹਰਨਾਮ ਸਿੰਘ ਧੁੰਮਾ, ਇਹ ਵੀ ਭੋਗ ਦੇ ਸਮੇਂ ਤੇ ਹਾਜ਼ਰ ਸੀ। ਇਹਨੇ ਹੀ ਸਮਾਪਤੀ ਦੀ ਅਰਦਾਸ ਕੀਤੀ ਸੀ ਤੇ ਉੱਥੇ ਜੋਗਿੰਦਰ ਸਿੰਘ ਬਦਾਂਤੀ ਅਕਾਲ ਤਖਤ ਦਾ ਜਥੇਦਾਰ ਵੀ ਮੌਜੂਦ ਸੀ। ਉੱਥੇ ਹੀ ਗਿਆਨੀ ਗੁਰਬਚਨ ਸਿੰਘ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਮੌਜੂਦ ਸੀ ਤੇ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਜਿਹੜੀਆਂ ਜਥੇਬੰਦੀਆਂ ਸੀ, ਅਕਾਲੀ ਦਲ ਸੀ, ਉਹਨਾਂ ਸਾਰੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀ। ਮੈਂ ਹੈਰਾਨ ਹੋਇਆ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 10ਵੇਂ ਗ੍ਰੰਥ ਨੂੰ ਟਿਕਾਇਆ, ਉਹਦਾ ਅਖੰਡ ਪਾਠ ਕੀਤਾ। ਸਮਾਪਤੀ ਦੇ ਟਾਈਮ ਤੇ ਇਹਨਾਂ ਨੇ ਜਿੱਥੇ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਿਆ, ਉੱਥੇ ਹੀ ਹੁਕਮਨਾਮਾ ਇਹਨਾਂ ਨੇ 10ਵੇਂ ਗ੍ਰੰਥ ਦੇ ਵਿੱਚੋਂ ਵੀ ਲਿਆ। ਅਰਦਾਸ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਕੀਤੀ ਅਤੇ 10ਵੇਂ ਗ੍ਰੰਥ ਦੇ ਅੱਗੇ ਵੀ ਕੀਤੀ ਤੇ ਉਹ ਕੁਝ ਇਹਨਾਂ ਨੇ ਉੱਥੇ ਕੀਤਾ ਤੇ ਜਿਹੜਾ ਬਿਆਨ ਨਹੀਂ ਸਾਰਾ ਸਟੇਜ ਤੇ ਕੀਤਾ ਜਾ ਸਕਦਾ। ਜਿਹੜੇ ਬੰਦੇ ਥੋੜਾ ਬਹੁਤ ਇਸ ਦੁਸ਼ਟ ਕਰਮ ਦਾ ਵਿਰੋਧ ਕਰਨ ਵਾਲੇ ਸੀ, ਖਾਸ ਕਰਕੇ ਸਪੋਕਸਮੈਨ ਦੇ ਵਿੱਚ ਸਾਡੇ ਬਿਆਨ ਛਪੇ, ਇਸ਼ਤਿਹਾਰ ਛਪੇ। ਅਸੀਂ 10ਵੇਂ ਗ੍ਰੰਥ ਦਾ ਕੂੜ ਕੁਫਰ ਸਪੋਕਸਮੈਨ ਅਖਬਾਰ ਦੇ ਰਾਹੀਂ ਸੰਸਾਰ ਦੇ ਸਾਹਮਣੇ ਰੱਖਿਆ। ਇਹ ਸਾਨੂੰ ਹੀ ਸਟੇਜਾਂ ਤੇ ਗਾਲਾਂ ਕੱਢਦੇ ਰਹੇ, ਦੁਸ਼ਟ ਸ਼ਬਦ ਬੋਲਦੇ ਰਹੇ ਤੇ ਸਾਨੂੰ ਹੀ ਕਮੀਨੇ ਅਤੇ ਨੀਚ ਕਹਿੰਦੇ ਰਹੇ। ਜਿਹੜੇ ਖੁਦ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰ ਰਹੇ ਸੀ ਸਾਰੀ ਦੁਨੀਆ ਦੇ ਸਾਹਮਣੇ, ਉਹ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਰਹੇ। ਜਿਹੜੇ ਤਖਤਾਂ ਦੇ ਜਥੇਦਾਰ ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਦੇ ਰਹੇ ਤੇ 10ਵੇਂ ਗ੍ਰੰਥ ਨੂੰ ਮਹਾਨ ਦੱਸਦੇ ਰਹੇ। ਜਿਹੜੀਆਂ ਨਿਹੰਗ ਜਥੇਬੰਦੀਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਅੱਜ ਮੀਟਿੰਗਾਂ ਕਰ ਰਿਹਾ, ਇਹਨਾਂ ਨੂੰ ਮਹਾਨ ਪੰਥ ਦੇ ਨੁਮਾਇੰਦੇ ਦੱਸ ਰਿਹਾ, ਪੰਥ ਦਾ ਹਿੱਸਾ ਦੱਸ ਰਿਹਾ, ਤੇ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਸ਼ੁਰੂ ਕਰ ਲੈਣ। ਇਹਨਾਂ ਨੇ ਤੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਤੌਰ ਤੇ ਆਪਣਾ ਗੁਰੂ ਹੀ ਨਹੀਂ ਮੰਨਿਆ, ਇਹ ਤੇ 10ਵੇਂ ਗ੍ਰੰਥ ਨੂੰ ਬਰਾਬਰ ਰੱਖੀ ਬੈਠੇ ਨੇ। ਇਸੇ ਤਰ੍ਹਾਂ ਪਟਨੇ ਵਾਲਾ ਇਕਬਾਲ ਸਿੰਘ ਅਤੇ ਹਜੂਰ ਸਾਹਿਬ ਦੇ ਤਖਤਾਂ ਦੇ ਜਥੇਦਾਰ ਉਹ ਵੀ ਆਏ ਹੋਏ ਸੀ ਤੇ ਉਹ ਵੀ ਉੱਥੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 10ਵੇਂ ਗ੍ਰੰਥ ਰੱਖੀ ਬੈਠੇ ਆ, ਉਹਦੇ ਅਖੰਡ ਪਾਠ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਪੈਸੇ ਘੱਟ ਤੇ 10ਵੇਂ ਗ੍ਰੰਥ ਦੇ ਪਾਠ ਦੇ ਬਹੁਤੇ ਪੈਸੇ, ਉਹਦੀ ਕੀਮਤ ਬਹੁਤੀ। ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿ 10ਵੇਂ ਗ੍ਰੰਥ ਦੇ ਪਾਠ ਦਾ ਫਲ ਬਹੁਤਾ ਜ਼ਿਆਦਾ ਮਿਲਦਾ ਹੈ। ਭੋਲੇ ਲੋਕ ਆਪਣਾ ਧਨ ਦੌਲਤ ਇਹਨਾਂ ਦੇ ਹਵਾਲੇ ਕਰ ਰਹੇ ਨੇ। ਗੁਰੂ ਪਿਆਰ ਵਾਲਿਓ, ਇਹ ਦਮਦਮੀ ਟਕਸਾਲ ਵਾਲੇ ਜਿਹੜੇ ਮਹਿਤੇ ਚੌਂਕ ਵਾਲੇ ਨੇ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 10ਵੇਂ ਗ੍ਰੰਥ ਦਾ ਪ੍ਰਚਾਰ ਪ੍ਰਕਾਸ਼ ਕਰਕੇ ਰੱਖਦੇ ਨੇ, ਉਹਦੀ ਸੰਥਾ ਦਿੰਦੇ ਨੇ। ਇਹਨਾਂ ਦੇ ਆਗੂ ਨੇ ਬਕਾਇਦਾ ਆਪਣੀਆਂ ਕਿਤਾਬਾਂ ਦੇ ਵਿੱਚ 10ਵੇਂ ਗ੍ਰੰਥ ਦੇ ਅਖੰਡ ਪਾਠ ਕਰਾਉਣ ਦੀ ਵਿਧੀ ਲਿਖੀ ਹੋਈ ਹੈ।
ਉਹਦਾ ਇੰਨਾ ਮੁੱਲ, ਉਹਦਾ ਆਹ ਢੰਗ, ਉਹਦੇ ਇੰਨੇ ਪਾਠੀ, ਉਹ ਸਾਰਾ ਕੁਝ ਇਹਨਾਂ ਦੀਆਂ ਕਿਤਾਬਾਂ 'ਚੋਂ ਤੁਸੀਂ ਪੜ੍ਹ ਸਕਦੇ ਹੋ। ਮੈਂ ਆਪਣੀ ਕਿਤਾਬ ਸਾਡਾ ਬੇੜਾ ਇਉਂ ਕਰਕੇ ਆ, ਉਹਦੇ ਵਿੱਚ ਸਾਰਾ ਹਵਾਲਾ ਮੈਂ ਦਿੱਤਾ ਹੋਇਆ, ਇਹ ਮੈਟਰ ਪਾਇਆ ਹੋਇਆ। ਪਰ ਦੁਖਦਾਈ ਪਹਿਲੂ ਇਹ ਹੈ, ਮੈਨੂੰ ਇਹਨਾਂ ਸੁਧਾਰਾਂ ਦੇ ਬਦਲੇ ਬੋਲਣ ਤੋਂ ਰੋਕ ਦਿੱਤਾ ਗਿਆ। ਅਕਾਲ ਤਖਤ ਦੇ ਜਥੇਦਾਰ ਨੇ ਹੁਕਮਨਾਮਾ ਜਾਰੀ ਕਰਕੇ ਮੇਰੀਆਂ ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਗਈ ਕਿ ਮੈਂ ਗਲਤ ਲਿਖਦਾ। ਜਿਹੜੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਦੇ ਨੇ ਉਹ ਤਾਂ ਹੋ ਗਏ ਸੱਚੇ ਸਿੱਖ। ਜਿਹੜਾ ਦਸਮ ਗ੍ਰੰਥ ਨੂੰ ਰੱਦ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਉਭਾਰਦਾ ਉਹ ਹੋ ਗਿਆ ਇਹਨਾਂ ਦੀਆਂ ਨਜ਼ਰਾਂ 'ਚ ਝੂਠਾ ਸਿੱਖ। ਉਹ ਸਾਰਾ ਮੈਟਰ ਜਿਹੜਾ ਕੁਝ ਉੱਥੇ ਹੋਈਆਂ ਨੇ ਘਟਨਾਵਾਂ, ਇਹਨਾਂ ਸਾਧਾਂ ਨੇ, ਸੰਤਾਂ ਨੇ, ਅਨੋਖ ਸਿੰਘ ਨਾਮ ਦਾ ਬਠਿੰਡੇ ਦਾ ਇੱਕ ਡਾਕਟਰ ਹੈ ਤੇ ਉਹਨੇ ਵੀ ਮੇਰੇ ਵਿਰੁੱਧ ਸਟੇਜ ਦੇ ਉੱਤੇ ਕੂੜ ਕੁਫਰ ਬੋਲਿਆ ਤੇ ਝੂਠੇ ਇਲਜ਼ਾਮ ਮੇਰੇ ਤੇ ਲਾਏ ਕਿ ਬੰਦਾ ਬਿਜਲੀ ਮਹਿਕਮੇ 'ਚ ਨੌਕਰੀ ਕਰਦਾ ਸੀ, ਇਹਨੇ ਉੱਥੇ ਖੰਭੇ ਵੇਚੇ, ਚੋਰੀਆਂ ਕਰਦਾ ਸੀ, ਤਾਰਾਂ ਵੇਚੀਆਂ, ਇਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ। ਇਹਨਾਂ ਨੂੰ ਕੁਫਰ ਤੋਲਣ ਲੱਗੇ ਵੀ ਸ਼ਰਮ ਨਹੀਂ ਆਈ, ਕਿਉਂਕਿ ਮੈਂ ਬਿਜਲੀ ਮਹਿਕਮੇ 'ਚ ਕੰਮ ਹੀ ਕਦੀ ਨਹੀਂ ਕੀਤਾ, ਨੌਕਰੀ ਹੀ ਨਹੀਂ ਕੀਤੀ ਬਿਜਲੀ ਮਹਿਕਮੇ 'ਚ। ਜੇ ਫਿਰ ਵੇਚਣਾ ਹੀ ਹੈ ਕਿਸੇ ਨੇ ਬਿਜਲੀ ਮਹਿਕਮੇ ਦੇ ਨੇ ਤਾਂ ਤਾਰਾਂ ਤੇ ਖੰਭੇ ਵੇਚੇਗਾ, ਕੋਈ ਵੱਡੀਆਂ ਮਹਿੰਗੀਆਂ ਚੀਜ਼ਾਂ ਵੇਚੇਗਾ। ਇਹ ਤਾਂ ਜਿਹੜਾ ਕੁਝ ਵੀ ਇਹ ਬੋਲਦੇ ਨੇ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ, ਸਦਾ ਝੂਠ ਬੋਲਦੇ ਨੇ। ਜਿਹੜੇ ਝੂਠੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਚੁੱਕੇ ਨੇ, ਦਸਮ ਗ੍ਰੰਥ ਨੂੰ ਆਪਣਾ ਗੁਰੂ ਬਣਾ ਚੁੱਕੇ ਨੇ, ਉਹ ਤਾਂ ਸੱਚੇ ਸਿੱਖ ਨੇ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਉਹ ਝੂਠੇ ਸਿੱਖ ਨੇ। ਭਾਈ ਹਰਪ੍ਰੀਤ ਸਿੰਘ ਜੀ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਅਕਾਲ ਤਖਤ ਦਾ ਜਥੇਦਾਰ ਉੱਥੇ ਹਾਜ਼ਰ ਸੀ ਤੇ ਉਹਨੇ ਕਿਸੇ ਨੂੰ ਨਾ ਰੋਕਿਆ ਕਿ ਸਾਡਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਸਾਰੇ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਪੋਥੀ ਪੁਸਤਕ ਨੂੰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਹ ਰਹਿਤ ਮਰਿਆਦਾ ਦੀਆਂ ਆਪ ਹੀ ਧੱਜੀਆਂ ਇਹਨਾਂ ਨੇ ਉਠਾ ਦਿੱਤੀਆਂ। ਅਕਾਲ ਤਖਤ ਦਾ ਜਥੇਦਾਰ, ਉੱਥੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਗੁਰਬਚਨ ਸਿੰਘ, ਉੱਥੇ ਹੀ ਦਮਦਮੀ ਟਕਸਾਲ ਦਾ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ, ਇਹਨਾਂ ਦੇ ਸਾਹਮਣੇ ਅਕਾਲ ਤਖਤ ਦੀ ਮਰਿਆਦਾ ਵੀ ਤਾਰ-ਤਾਰ ਕੀਤੀ ਗਈ। ਤੇ ਜਿਹੜਾ ਰੋਜ਼ਾਨਾ ਪੜ੍ਹਦੇ ਆ ਸਭ ਸਿੱਖਣ ਕੋ ਹੁਕਮ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਇਹ ਸਾਰੀਆਂ ਪੰਕਤੀਆਂ ਭੁਲਾ ਕੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਅਖੰਡ ਪਾਠ ਕੀਤੇ ਗਏ। ਇਹਦਾ ਨਤੀਜਾ ਕੀ ਨਿਕਲਿਆ? ਸਿੱਖਾਂ ਨੂੰ ਮੂਰਖ ਬਣਾਇਆ ਗਿਆ, ਧਨ ਦੌਲਤ ਕਰੋੜਾਂ ਰੁਪਈਆ ਬਰਬਾਦ ਕੀਤਾ ਗਿਆ। ਇਹਦਾ ਸਭ ਤੋਂ ਵੱਡਾ ਨਤੀਜਾ ਇਹ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਫਿਰ ਦੁਬਾਰੇ ਮੁੱਖ ਮੰਤਰੀ ਬਣ ਗਿਆ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਬਾਗਡੋਰ ਮਿਲ ਗਈ ਤੇ ਮੁੜ ਕੇ ਪਹਿਲਾਂ ਵੀ ਸਿੱਖੀ ਦਾ ਭੋਗ ਪਾ ਕੇ ਇਹ ਸਾਰਾ ਕੰਮ ਕੀਤਾ ਗਿਆ ਤੇ ਮਗਰੋਂ ਫਿਰ 12 ਤੱਕ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਦਾ ਨਾਮ ਨਿਸ਼ਾਨ ਨੇੜੇ ਤੱਕ ਨਹੀਂ ਲੱਗਣ ਦਿੱਤਾ। ਆਪਣੀਆਂ ਤਜੋਰੀਆਂ ਭਰੀਆਂ ਜਾਂ ਆਪਣੇ ਲੀਡਰੀਆਂ ਚਮਕਾਈਆਂ ਤੇ 12 ਦੇ ਵਿੱਚ ਜਾ ਕੇ ਦੁਬਾਰਾ ਫਿਰ ਸੌਦੇ ਸਾਧ ਦਾ ਮਸਲਾ, ਕਦੀ ਕਿਸੇ ਦਾ ਮਸਲਾ, ਇਹ ਮਸਲੇ ਉਠਾ ਦਿੱਤੇ ਗਏ। ਸਮੇਂ-ਸਮੇਂ ਤੇ ਜਦੋਂ ਚੋਣਾਂ ਜਿੱਤਣੀਆਂ ਹੁੰਦੀਆਂ ਨੇ ਉਦੋਂ ਕੋਈ ਮਸਲਾ ਖੜਾ ਕਰ ਦਿੱਤਾ ਜਾਂਦਾ ਹੈ ਤੇ ਥੋੜੇ ਸਮੇਂ ਤੇ ਬਾਅਦ ਉਹ ਭੁਲਾ ਦਿੱਤਾ ਜਾਂਦਾ ਹੈ। ਤੇ ਸਿੱਖਾਂ ਨੂੰ ਇੰਨੀ ਵਾਰ ਮੂਰਖ ਬਣਾਇਆ ਗਿਆ ਕਿ ਹੁਣ ਇਹ ਸਿੱਖ ਸੋਚਣਾ ਹੀ ਸਿੱਖਾਂ ਨੇ ਬੰਦ ਕਰ ਦਿੱਤਾ ਕਿ ਇਹਨਾਂ ਚੋਂ ਠੀਕ ਕੀ ਹੈ ਤੇ ਇਹਨਾਂ ਚੋਂ ਗਲਤ ਕੀ ਹੈ। ਗੁਰੂ ਪਿਆਰ ਵਾਲਿਓ, ਸੋਚੋ, ਸਮਝੋ, ਆਪਣੇ ਮਨ ਨੂੰ ਵਿਕਸਿਤ ਕਰੋ, ਪਰਖ ਕਰੋ ਕਿ ਕੀ ਅਸੀਂ ਦਸਮ ਗ੍ਰੰਥ ਦੇ ਸਿੱਖ ਹਾਂ ਜਿਹਦੇ ਵਿੱਚ ਅਸ਼ਲੀਲ ਕਵਿਤਾਵਾਂ ਲਿਖੀਆਂ ਹੋਈਆਂ ਨੇ, ਜਿਹੜਾ ਦੇਵੀ ਦੇਵਤਿਆਂ ਬਾਰੇ ਲਿਖਿਆ ਹੋਇਆ, ਜਿਹਦੇ ਵਿੱਚ ਝੂਠੀਆਂ ਕਹਾਣੀਆਂ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਭੈੜਾ ਕਿਸਮ ਦਾ ਪਾਤਰ ਪੇਸ਼ ਕਰਦੀਆਂ ਨੇ, ਜਿਹਦੇ ਵਿੱਚ ਗੰਦਮੰਦ ਬਕਿਆ ਹੋਇਆ ਪਰਿਵਾਰਾਂ ਦੇ ਸਾਹਮਣੇ ਵੀ ਪੜਿਆ ਬੋਲਿਆ ਨਹੀਂ ਜਾ ਸਕਦਾ, ਉਸ ਗ੍ਰੰਥ ਨੂੰ ਸਾਡੇ ਸਿਰ ਤੇ ਬਿਠਾਇਆ ਗਿਆ ਤੇ ਜਿਹੜਾ ਪਾਵਨ ਗੁਰੂ ਗ੍ਰੰਥ ਸਾਹਿਬ ਉਹ ਸਾਨੂੰ ਉਹਦੇ ਬਰਾਬਰ ਰੱਖ ਕੇ ਉਹਦਾ ਅਪਮਾਨ ਕੀਤਾ ਗਿਆ, ਉਹਦਾ ਸਾਨੂੰ ਗਿਆਨ ਹੀ ਨਹੀਂ ਦਿੱਤਾ ਜਾਂਦਾ। ਗੁਰੂ ਪਿਆਰ ਵਾਲਿਓ, ਤੇ ਸਮੇਤ ਹੋਰਨਾਂ ਵਿਦਵਾਨਾਂ ਦੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਇਹ ਬੇਨਤੀ ਕਰਦਾ, ਕਦੀ ਇਹਨਾਂ ਪੱਖਾਂ ਵੱਲ ਵੀ ਧਿਆਨ ਦਿਓ। ਸਾਨੂੰ ਸਿੱਖਾਂ ਨੂੰ ਸੱਚਮੁੱਚ ਗੁਰਬਾਣੀ ਦੇ ਸਿੱਖ ਬਣਨ ਵਾਸਤੇ ਕੋਈ ਸਕੂਲ, ਕੋਈ ਕਾਲਜ, ਕੋਈ ਲਿਟਰੇਚਰ, ਕੋਈ ਯੂਨੀਵਰਸਿਟੀਆਂ, ਕੋਈ ਟੀਵੀ ਚੈਨਲ ਤੇ ਕਥਾਵਾਚਕ ਚੰਗੇ ਉਹ ਦੇਣ ਦਾ ਉਪਰਾਲਾ ਕਰੋ ਕਿ ਦਸਮ ਗ੍ਰੰਥ ਦੀਆਂ ਕਹਾਣੀਆਂ ਪਾਉਣ ਵਾਲੇ ਹੀ ਸਾਨੂੰ ਦੇਈ ਜਾਓਗੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਛੱਡ ਕੇ ਦਰਬਾਰ ਸਾਹਿਬ ਦੇ ਵਿੱਚ ਹੀ ਬਹੁਤ ਵਾਰੀ ਦਸਮ ਗ੍ਰੰਥ ਦੀਆਂ ਲੱਚਰ ਕਵਿਤਾਵਾਂ ਦਾ ਗਾਇਨ ਹੋ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਟਾਈਮ ਟੀਵੀ ਦਿੱਲੀ ਤੋਂ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਹੈ ਉਹਦੇ ਤੋਂ ਵੀ ਲੱਚਰ ਕਵਿਤਾਵਾਂ ਦਾ ਉੱਥੇ ਗਾਇਨ ਹੋ ਰਿਹਾ ਹੁੰਦਾ ਹੈ ਤੇ ਕੀਰਤਨ ਗੁਰਬਾਣੀ ਦਾ ਕਰਨਾ ਸੀ ਪਰ ਦਸਮ ਗ੍ਰੰਥ ਦਾ ਕੀਰਤਨ ਹੋ ਰਿਹਾ ਹੁੰਦਾ ਹੈ। ਉੱਥੇ ਜਿਹੜੇ ਪੁਜਾਰੀ ਆਉਂਦੇ ਨੇ, ਕਥਾਵਾਚਕ ਆਉਂਦੇ ਨੇ, ਉਹ ਦਸਮ ਗ੍ਰੰਥ ਦੇ ਵਿੱਚੋਂ ਹਵਾਲੇ ਦੇ ਰਹੇ ਹੁੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਉਹਨਾਂ ਵਾਸਤੇ ਗਲਤ ਲੱਗਦੇ ਨੇ, ਖਤਮ ਹੋ ਗਏ ਨੇ ਉਹਨਾਂ ਵਾਸਤੇ। ਭਾਈ ਹਰਪ੍ਰੀਤ ਸਿੰਘ ਜੀ, ਜੇ ਸੱਚਮੁੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਤਾਂ ਇਹ ਸਾਰਾ ਕੁਝ ਸੋਧਣ ਵਾਲਾ ਹੈ
ਤੁਸੀਂ ਪੜ੍ਹੇ ਲਿਖੇ ਅਖਵਾਉਨੇ ਹੋ, ਮੈਂ ਮੰਨ ਲਵਾਂਗਾ ਜਿੱਦਣ ਤੁਸੀਂ ਪੜ੍ਹੇ ਲਿਖਿਆਂ ਵਾਲਾ ਕੋਈ ਵੱਡਾ ਕਾਰਜ ਕਰੋਗੇ। ਨਹੀਂ ਤੇ ਹਾਲੀ ਤੱਕ ਤਾਂ ਪੁਜਾਰੀਆਂ ਵਾਲੇ ਸਾਰੇ ਕੰਮ ਕਰ ਰਹੇ ਹੋ, ਤੁਸੀਂ ਕਿਸੇ ਹੋਰ ਦੇ ਗੁਲਾਮ ਬਣ ਕੇ ਕੰਮ ਕਰ ਰਹੇ ਹੋ। ਕਦੀ ਇਹ ਸੁਧਾਰ ਕਰਕੇ ਵਿਖਾਓ, ਫਿਰ ਅਸੀਂ ਤੁਹਾਡਾ ਬੇਅੰਤ ਸਤਿਕਾਰ ਕਰਾਂਗੇ। ਪਰ ਮਹਾਨ ਕੰਮ ਤੋਂ ਬਿਨਾਂ ਬੰਦਾ ਮਹਾਨ ਨਹੀਂ ਆਖਿਆ ਜਾ ਸਕਦਾ। ਜਿਹੜਾ ਬੰਦਾ ਨੀਚ ਪੱਧਰ ਦੇ ਕੰਮ ਕਰਦਾ ਹੈ ਉਹਨੂੰ ਨੀਵਾਂ ਹੀ ਆਖਿਆ ਜਾਵੇਗਾ। ਮਹਾਨ ਕੰਮ ਗੁਰੂ ਸਾਹਿਬ ਨੇ ਕੀਤੇ ਸੀ, ਮਹਾਨ ਕਾਰਜ ਭਗਤ ਸਾਹਿਬਾਨ ਨੇ ਕੀਤੇ ਸੀ, ਮਹਾਨ ਕਾਰਜ ਗੁਰਸਿੱਖਾਂ ਨੇ ਜੰਗ ਯੁੱਧ ਲੜਨ ਵਾਲਿਆਂ ਨੇ ਕੀਤੇ ਸੀ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਲੈ ਕੇ ਦਿੱਤਾ ਸੀ। ਉਹਨਾਂ ਸਾਰਿਆਂ ਦਾ ਅਸੀਂ ਤਨੋਂ ਮਨੋਂ ਸਤਿਕਾਰ ਕਰਦੇ ਹਾਂ। ਪਰ ਅੱਜ ਦੇ ਹਾਲਾਤ ਦੇ ਮੁਤਾਬਕ ਕੋਈ ਵੱਡਾ ਕਾਰਜ ਕਰਕੇ ਵਿਖਾ ਦਿਓ, ਅਸੀਂ ਤੁਹਾਨੂੰ ਮੰਨ ਲਵਾਂਗੇ ਕਿ ਸੱਚਮੁੱਚ ਹੀ ਤੁਸੀਂ ਸਾਡੇ ਪੜ੍ਹੇ ਲਿਖੇ ਸਤਿਕਾਰਯੋਗ ਜਥੇਦਾਰ ਹੋ। ਇਹ ਕਹਾਣੀਆਂ ਨਾਲ, ਇਹ ਗੱਲਾਂ ਨਾਲ ਸਾਡਾ ਗੁਰੂ ਐ ਹੁੰਦਾ ਸੀ, ਸਾਡੇ ਭਗਤ ਐ ਹੁੰਦੇ ਸੀ, ਤੇ ਉਹ ਤਾਂ ਬਹੁਤ ਮਹਾਨ ਸੀ, ਪਰ ਤੁਸੀਂ ਆਪ ਉਹਨਾਂ ਵਰਗੇ ਬਣ ਕੇ ਤਾਂ ਵਿਖਾ ਦਿਓ, ਕੋਈ ਚੰਗਾ ਕੰਮ ਕਰਕੇ ਤਾਂ ਵਿਖਾ ਦਿਓ, ਅਸੀਂ ਤੁਹਾਨੂੰ ਮਹਾਨ ਮੰਨ ਲਵਾਂਗੇ। ਨਹੀਂ ਤਾਂ ਅਸੀਂ ਵੀ ਸਮਝ ਲਵਾਂਗੇ ਕਿ ਤੁਸੀਂ ਵੀ ਰਾਜਨੀਤਿਕ ਲੋਕਾਂ ਦੇ ਗੁਲਾਮ ਹੋ ਤੇ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹੋ ਤੇ ਪ੍ਰਚਾਰਕਾਂ ਦੀ ਸੰਗੀ ਨੱਪ ਰਹੇ ਹੋ। ਤੇ ਜਿਹੜੇ ਮਨਮੁਖਤਾਈਆਂ ਕਰਦੇ ਨੇ, ਦਸਮ ਗ੍ਰੰਥ ਵਰਗੀਆਂ ਘਟੀਆ ਕਿਤਾਬਾਂ ਨੂੰ ਉਭਾਰਦੇ ਨੇ, ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ। ਇਹ ਕੋਈ ਸਿੱਖੀ ਵਾਲੀ ਗੱਲ ਨਹੀਂ ਹੈ। ਇਹ ਤਾਂ ਸਿੱਖਾਂ ਦੀ ਬੇੜੀਆਂ 'ਚ ਬੱਟੇ ਪਾਉਣ ਵਾਲੇ ਤੁਹਾਡੇ ਕੰਮ ਨੇ। ਇਹਨਾਂ ਤੋਂ ਤਾਂ ਪੰਥ ਨੂੰ ਸਾਵਧਾਨ ਹੋਣ ਦੀ ਲੋੜ ਹੈ। ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗ ਸਕਦੀਆਂ ਨੇ, ਪਰ ਕਿਰਪਾ ਕਰਕੇ ਇਹਨਾਂ ਪੱਖਾਂ ਤੇ ਸੋਚਿਓ। ਮੈਂ ਤੇ ਦੁਬਾਰਾ ਮਾਫੀ ਮੰਗਣ ਨੂੰ ਵੀ ਤਿਆਰ ਹੋ ਜਾਵਾਂਗਾ ਜੇ ਤੁਸੀਂ ਸਿੱਧ ਕਰ ਦਿਓਗੇ ਮੈਂ ਗਲਤ ਬੋਲ ਰਿਹਾ ਤੇ ਤੁਹਾਨੂੰ ਗਲਤ ਸਲਾਹ ਦਿੱਤੀ ਹੈ। ਪਰ ਤੁਸੀਂ ਇਹ ਸੁਧਾਰ ਕਰਕੇ ਵਿਖਾਓ, ਫਿਰ ਤੁਹਾਡੇ ਨਾਲ ਸਾਰਾ ਪੰਥ ਹੋਵੇਗਾ। ਮੈਂ ਵੀ ਨਿਮਰਤਾ ਸਹਿਤ ਤੁਹਾਤੋਂ ਜੇ ਕੋਈ ਮਾਫੀ ਮੰਗਣੀ ਪਈ ਮੈਂ ਉਹ ਵੀ ਮੰਗਣ ਨੂੰ ਤਿਆਰ ਹੋਵਾਂਗਾ। ਇਤਨੇ ਇੱਕ ਵਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।